सुख पाया। हर हर नाम निधान है तार। सतनाम करता पुरख निरभउ निर्वैर। अकाल मूरत अजूनी सैभं। गुर प्रसाद जप। आदि सच जुगादि सच है पी सच। नानक होसी भी सच। वाहिगुरु वाहिगुरु साहिब जी। श्लोक महला पहला। लख सिउ प्रीत होवै लख जीवन। क्या खुशियाँ क्या चाओ विछड़िया विस होए विछोड़ा। एक घड़ी मह पा जाए जे सौ वरिया मिठा खाजा। भी फिर कौड़ा खाए मिठा खादा चित न आवे। कौड़तन धाए जाए मिठा कौड़ा दोवें रोग। नानक अंत विगुते भोग। झख झख झखना झगड़ा झाख। चख चख जाहे चखें तिन पास। महला पहला। काबड़ गांठ रगाया रांग। घर गत कीते बागे बाग। साध सहज कर मन खेलाया। तैसा है पासों कहन कहाया। मिठा कर कह कौड़ा खाया। तिन कौड़े तन रोग जमाया। जे फिर मिठा पेड़े पाए तौ कड़तन चूक समाए। नानक गुरमुख पावै सोए जिसनों प्राप्त लिखिया होए। पौड़ी जिनके हृदय मैल कपट है बारहों तो आया। कूड़ कपट कमाम दे कूड़ प्रगति आया। अंदर होए सो निकलै न छपे छपाया। कूड़े लालच लगिया फिर जूनी पाया। नानक जो बीजे सो खावना करते लिख पाया। नानक जो बीजे सो खावना करते लिख पाया। लख सिउ प्रीत होवै लख जीवन। क्या खुशियाँ क्या चाओ। सतगुरु गरीब नवाज पतत पावन दीन बंधु निरंकार काल पुरख सर्वव्यापी। ਤਿੰਨਾਂ ਦੀ ਆਤਮਿਕ ਜੋਤ ਭਗਤਾਂ ਸ਼ਕਤੀਆਂ ਤੇ ਸਮੂਹ ਗ੍ਰੰਥਾਂ ਦਾ ਤਤ ਸਿਧਾਂਤ ਨਿਚੋੜ। ਸ਼ਬਦ ਅਵਤਾਰ ਜੁਗ ਜੁਗ ਅਟਲ ਗੁਰੂਆਂ ਦੇ ਗੁਰੂ ਆਦਿ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਹਰ ਰੋਜ਼ ਦੀ ਤਰ੍ਹਾਂ ਆਪ ਜੀ ਦੇ ਸਰੀਰ ਨੂੰ ਮਹਾਰਾਜ ਸਾਹਿਬ ਨੇ ਬਖਸ਼ ਕੀਤਾ ਹੈ। ਨਰ ਨਰਾਇਣੀ ਦੇ ਬਖਸ਼ੀ ਹੈ ਜਿਹ ਪ੍ਰਸਾਦ ਆਰੋਗ ਕੰਚਨ ਦੇਹੀ। ਰੋਗਾਂ ਤੋਂ ਆਹ ਰਹਿਤ ਤੇ ਕੰਚਨ ਸੋਨੇ ਵਰਗੀ ਦੇਹੀ ਜਿਹਦੀ ਕਿਰਪਾ ਦੇ ਨਾਲ ਪ੍ਰਾਪਤੀ ਹੋਈ ਹੈ। ਪੈਰਾਂ ਦੇ ਨਾਹਾਂ ਤੋਂ ਸਿਰ ਦੀ ਚੋਟੀ ਤੱਕ। ਜਿਨ ਕੰਨ ਕੀਤੇ ਅੱਖੀ ਨਾਕ। ਜਿਨ ਜਿਹਵਾ ਦਿੱਤੀ ਬੋਲੇ ਤਾਤ। ਜਿਨੁ ਰੱਖਿਆ ਅਗਨੀ ਪਾਏ ਵਾਜੇ ਪਵਨ ਆਖੇ ਸਭ ਜਾਏ। ਇਸ ਪ੍ਰਕਾਰ ਇਸ ਸਰੀਰ ਨੂੰ ਲੈ ਕੇ ਕਦਮ ਸਤਲੇ ਬਣਾ ਕੇ ਹਜ਼ੂਰ ਦੀ ਹਾਜ਼ਰੀ ਵਿੱਚ ਸਨਮੁਖ ਸੰਗਤ ਰੂਪ ਹੋ ਕੇ ਮਿਲ ਕੇ ਬੈਠੇ ਹੋ। ਐਦੋਂ ਚੰਗਾ ਕੋਈ ਸਥਾਨ ਦੁਨੀਆ ਦਾ ਹੋਰ ਨਹੀਂ। ਕਹੋ ਕਬੀਰ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਹੇ। ਇਹ ਘੜੀ ਸਾਧ ਸੰਗਤ ਕੀਤੀ ਹੋਈ ਬੈਕੁੰਠ ਧਾਮ ਦੀ ਪ੍ਰਾਪਤੀ ਕਰਵਾਉਣ ਵਾਲੀ ਹੈ। ਆਪ ਜੀ ਨੇ ਜਿੱਥੇ ਨਿਤਨੇਮ ਸਰਵਣ ਕੀਤਾ ਹੈ ਕੀਰਤਨ ਸਰਵਣ ਕੀਤਾ ਹੈ ਅਰਦਾਸ ਵਿੱਚ ਹਾਜ਼ਰੀ ਲਵਾਈ ਹੈ ਗੁਰੂ ਮੁਖ ਵਾਕ ਸੁਣਿਆ। ਉੱਥੇ ਲੜੀਵਾਰ ਚੱਲ ਰਹੇ ਪਾਠ ਸਮੇਂ ਤੋਂ ਲੈ ਕੇ ਉਸ ਪਾਠ ਵਿੱਚੋਂ ਸ਼ਬਦ ਸਰਵਣ ਕੀਤਾ ਹੈ। ਇਸ ਦੀ ਵਿਚਾਰ ਤੁਸ ਬੁੱਧੀ ਅਨੁਸਾਰ ਮਿਲ ਕੇ ਸਾਰਿਆਂ ਨੇ ਕਰਨੀ ਹੈ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਸ਼ਬਦ ਵਿੱਚ ਸ਼ੁਭ ਗੁਣ ਅਤੇ ਔਗੁਣ ਸਾਡੇ ਦੱਸਣਗੇ ਸਾਨੂੰ। ਬਹੁਤੇ ਸ਼ੁਭ ਗੁਣ ਕਰ ਲਓ ਅਤੇ ਇੱਕ ਔਗੁਣ ਕਰਕੇ ਸਾਰਿਆਂ 'ਤੇ ਕੀਤੀ ਕਤਰੀ ਦੇ ਸਵਾਹ ਫੇਰ ਦਿਓ। ਕੀਤੀ ਕਤਰੀ ਖੂਹ ਵਿੱਚ ਪਾ ਦਿਓ। ਉਹਦੀ ਹਾਲਾਤ ਜੀਵ ਦੀ ਬਣੀ ਹੋਈ ਹੈ।
इस प्रकार सतगुर कृपा करन जिवें रावण ने बड़ी बंदगी की, सारे देवते ओदे वस विच ने। चंद सूरजां की तपत रसोई, बसंतर जाके कपड़े धोई। बसंतर अग्नि देवता कपड़े धोंदा, चंद्रमा सूरज रसोई पकाउंदा है, पवन देवता भारी देंदा है, ते काल मौत नूं अपने मंजे दे पावे ना बद्धा है। जदों मर्जी मैं तैनूं मार लवां, तू मैनूं नहीं मार सकदा। ते बंदगी कर करके अमृत दी बूंद पेड़ विच धुनी विच प्राप्त कर ली सी। कोई भी अंग वड्डो तो फिर हो जाता सी, मरदा नहीं सी। घर दा भेती लंका ढाए, ਉਹਦੇ ਭਰਾ ਭਵਿੱਖਣ ਨੇ ਦੱਸਿਆ ਰਾਮਚੰਦਰ ਨੂੰ, ਤੂੰ ਤੀਰ ਮਾਰ ਮਾਰ ਸਿਰ ਕੱਟਦਾ ਤੇ ਸਿਰ ਫਿਰ ਹੋ ਜਾਂਦਾ ਹੈ। 101 ਵਾਰੀ ਤੂੰ ਸਿਰ ਕੱਟ ਚੁੱਕੇ ਐ, ਇੱਦਾਂ ਨਹੀਂ ਇਹਨੇ ਮਰਨਾ, ਇਹਦੀ ਧੁੰਨੀ 'ਚ ਅਗਨ ਬਾਣ ਮਾਰ, ਉਹ ਅੰਮ੍ਰਿਤ ਦੀ ਬੂੰਦ ਪਹਿਲਾਂ ਖਤਮ ਕਰ ਫਿਰ ਮਰੇਗਾ। ਏਡਾ ਬਲੀ, ਏਡਾ ਗਿਆਨਮਾਨ, 4 ਵੇਦਾਂ ਦਾ ਕਥਾਕਾਰ ਗਿਆਨੀ, ਏਡਾ ਵੱਡਾ ਪਰਿਵਾਰ, 1 ਲੱਖ ਪੂਰ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਲੱਖ ਪੁੱਤਰ 1.25 ਲੱਖ ਨਾਤੀ ਪੋਤਰੇ। ਤੇ ਫਿਰ ਬਾਣੀ 'ਚ ਇਹ ਵੀ ਲਿਖਿਆ, ਮੂਰਖ ਲੰਕਾ ਗੜ ਸੋਇਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਲੰਕਾ ਦਾ ਗੜ ਕਿਲਾ ਸੋਨੇ ਦਾ ਘਰ-ਬਾਰ ਬਣਿਆ ਹੋਇਆ, ਕਿੰਨਾ ਧਨਵਾਨ ਹੈ, ਕਿੰਨੀ ਬੰਦਗੀ ਹੈ। ਇਸ ਪ੍ਰਕਾਰ ਫਿਰ ਮੂਰਖ ਕਿਉਂ ਕਿਹਾ ਹੈ? ਇੱਕ ਗਲਤੀ ਕੀਤੀ ਸੀ, ਸੀਤਾ ਨੂੰ ਧੋਖੇ ਨਾਲ ਚੁਰਾ ਕੇ ਲੈ ਗਿਆ ਸੀ, ਇਸ ਪ੍ਰਕਾਰ ਉਸ ਗੱਲ ਤੋਂ ਮੂਰਖ ਹੋਣਾ ਪਿਆ ਤੇ ਕੀਤੀ ਕਤਰੀ ਸਾਰੀ ਉਮਰ ਦੀ ਖੂਹ ਵਿੱਚ ਪੈ ਗਈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਇਸ ਲੋਕ ਅੰਦਰ ਮਹੱਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਰਸਨਾ ਤੋਂ ਉਚਾਰੇ ਸ਼ਬਦ, ਲੱਖ ਸੋ ਪ੍ਰੀਤ ਹੋਵੇ ਲੱਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ। ਜੀਵ ਦੁਨੀਆ ਤੇ ਪ੍ਰੀਤੀ ਪਾਉਂਦਾ ਹੈ, ਸਾਰੀਆਂ ਪ੍ਰੀਤੀਆਂ ਝੂਠੀਆਂ ਨਹੀਂ ਹੋਣੇ। ਤੁਸੀਂ ਸ਼ਬਦ ਸੁਣਿਆ ਕੀਰਤਨ ਦੇ ਰੂਪ ਵਿੱਚ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖਿਓ ਹੀ ਸਭ ਲਾਗੂ, ਕਿਆ ਦਾਰਾ ਕਿਆ ਮੀਤ। ਮੇਰੋ ਮੇਰੋ ਸਭੇ ਕਹਿਤ ਹਿਰਸਿਓ ਬਾਂਧਿਓ ਚੀਤ, ਅੰਤਕਾਲ ਸੰਗੀ ਨਹੀਂ ਕੋਏ ਅਚੁਰਜ ਹੈ ਰੀਤ। ਮਨ ਮੂਰਖ ਅਜੂਹ ਨਹੀਂ ਸਮਝ ਸਿੱਖ ਦੇ ਹਾਰਿਓ ਮੀ, ਨੀਤ ਨਾਨਕ ਭੌਜਲ ਪਾਰ ਪਰੈ, ਜੋ ਗਾਵੇ ਪ੍ਰਭ ਕੇ ਗੀਤ। ਸੱਚੀ ਪ੍ਰੀਤੀ ਪਰਮੇਸ਼ਰ ਦੇ ਨਾਮ ਨਾਲ, ਸੰਗਤ ਨਾਲ, ਬਾਣੀ ਸਿਮਰਨ ਨਾਲ ਜੋੜਨੀ ਚਾਹੀਦੀ ਹੈ। ਇਹ ਸੱਚੀ ਪ੍ਰੀਤੀ ਤੋਂ ਬਿਨਾਂ ਕਿਆ ਦਾਰਾ ਇਸਰੀ ਤੇ ਕਿਆ ਮਿੱਤਰ, ਸਭ ਝੂਠ ਹੈ। ਸਰੀਰ ਨਾਲ ਪ੍ਰੀਤੀ ਪਾ ਲਓ, ਧਰਤੀ ਨਾਲ ਪਾ ਲਓ, ਕੁਰਸੀ ਨਾਲ ਪਾ ਲਓ, ਪ੍ਰਭਤਾ ਵਡਿਆਈ ਨਾਲ ਪਾ ਲਓ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਭਗਤ ਰਵਿਦਾਸ ਜੀ ਕਹਿੰਦੇ ਸੱਚੀ ਪ੍ਰੀਤੀ ਮਹਾਰਾਜ ਸਾਹਿਬ ਤੇਰੇ ਨਾਲ ਜੋੜੀ ਹੈ, ਤੇਰੇ ਨਾਲ ਤਾਂ ਹੀ ਜੁੜੂਗੀ ਜੇ ਹੋਰ ਸਾਰਿਆਂ ਨਾਲ ਤੋੜਾਂਗੇ। ਵਸਤੂ ਅੰਦਰ ਵਸਤੂ ਮਾ ਸਮਾਵੈ, ਦੂਜੀ ਹੋਵੇ ਪਾਸ। ਇੱਕ ਭਾਂਡਾ ਕਿਸੇ ਵਸਤੂ ਨਾਲ ਭਰਿਆ ਹੋਇਆ ਹੈ, ਹੋਰ ਪਾਈ ਚੱਲੋਗੇ ਤਾਂ ਵਸਤੂ ਬਾਹਰ ਉੱਲੀ ਚੱਲੂਗੀ। ਸੋ ਪਹਿਲੀ ਪਾਸੇ ਕਰ ਦੇ, ਤਾਂ ਕਰਕੇ ਪ੍ਰਾਪਤੀ ਹੋਣੀ ਹੈ, ਨਹੀਂ ਤੇ ਨਹੀਂ। ਇੱਕ ਪ੍ਰੀਤੀ ਨਹੀਂ, ਲੱਖਾਂ ਨਾਲ ਪ੍ਰੀਤੀ ਪਾ ਲਾ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੈ, ਜੇ ਤਿਸ ਨਦਰ ਨਾ ਆਵੀ ਤਾਂ ਬਾਦ ਨਾ ਪੁੱਛੇ ਕੇ। ਕੀਤਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਦੀ ਹਾਲਾਤ ਹੋਵੇਗੀ। ਬੜੀ ਲੰਬੀ ਆਯੂ ਮਿਲ ਜਾਵੇ, 4 ਯੁੱਗ 10 ਗੁਣਾ ਹੋਰ ਵੱਧ ਜਾਵੇ, 40 ਯੁੱਗ ਹੋ ਜਾਵੇ, ਉਸ ਤੋਂ ਵੱਧ ਹੋ ਜਾਵੇ। ਸੋ ਇਸ ਪ੍ਰਕਾਰ ਜਿਦ ਗੁਚਾਰੇ ਆ ਹੋਰ ਦਸੋਣੀ ਹੋਏ। ਨਵਾਂ ਖੰਡਾ, ਇੱਕ ਬ੍ਰਹਿਮੰਡ ਹੈ ਤੇ 9 ਖੰਡ ਹੈ। ਨਵਾਂ ਖੰਡਾਂ ਵਿੱਚ ਤੂੰ ਜਾਣਿਆ ਜਾਵੇਂ ਵੀ ਅਮਕਾ ਬੰਦਾ ਹੈਗਾ ਦੁਨੀਆ 'ਤੇ, ਇੱਕ ਧਰਤੀ 'ਤੇ ਨਹੀਂ, ਇੱਕ ਦੇਸ਼ ਵਿੱਚ ਨਹੀਂ, ਪੰਜਾਬ ਮਾਲਵੇ ਵਿੱਚ ਨਹੀਂ, ਨਵਾਂ ਖੰਡਾਂ ਵਿੱਚ ਜਾਣੀਆ। ਤੇ ਜੇ ਉੱਠ ਕੇ ਚੱਲੇ ਤੇ ਇੰਨੀ ਪ੍ਰੀਤੀ ਹੋਵੇ ਸਾਰਿਆਂ ਦੇ ਨਾਲ, ਉੱਠ ਕੇ ਨਾਲ ਹੀ ਤੁਰ ਪੈਣ। ਜੇ ਭਾਵ ਉੱਠ ਕੇ ਜਦੋਂ ਤੁਰੇ ਤਾਂ ਸਾਰੇ ਨਾਲ ਹੀ ਉੱਠ ਕੇ ਤੁਰ ਪੈਣ। ਨਵਾਂ ਖੰਡ ਨਾਲ ਚੱਲੇ ਸਭ ਕੋਈ। ਚੰਗਾ ਨਾਉ ਵਧੀਆ ਨਾਂ ਰਖਾਏ ਕੈ, ਜਸ ਕੀਰਤ ਮੂੰਹ ਤੇ ਜਸ ਮਗਰੋਂ ਵੀ ਤੇਰੇ ਪਿੱਛੇ ਕੀਰਤੀ ਕੀਤੀ ਜਾਵੇ। ਬਹੁ ਗਿਣਤੀ ਮੂੰਹ ਤੇ ਸਿਫਤਾਂ ਕਰਨਗੇ ਪਰ ਪਿੱਛੋਂ ਨਹੀਂ। ਜਿਸ ਚਿਰ ਖਾਵਣ ਪਹਿਨਣੇ ਤਿਚਰ ਰੱਖਣ ਗੰਢ, ਜਿਦਨ ਕਛੂ ਨਾ ਹੋਵੇ ਤਿਦਨ ਬੋਲਣ ਗੰਧ। ਇਹੋ ਜਿਹੀ ਹਾਲਾਤ ਹੈ ਦੁਨੀਆ ਦੇ ਲੋਕਾਂ ਦੀ। ਸੁਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦਿਸ ਘੇਰੈ। ਬਿਪਤ ਪਰੀ ਸਭ ਹੀ ਸੰਗ ਛਾੜਤ, ਕਉ ਨ ਆਵਤ ਨੇੜੈ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ।
ਜਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਕਾਹਦੀ ਪ੍ਰੀਤੀ ਹੈ? ਝੂਠੀ ਪ੍ਰੀਤੀ ਹੈ। ਸੱਚੀ ਪ੍ਰੀਤੀ ਵਿਖਾਈ ਸੀ ਸੀਤਾ ਨੇ ਜਦੋਂ ਪਿਤਾ ਮਤਰੇਈ ਮਾਂ ਵੱਲੋਂ 14 ਸਾਲ ਦਾ ਬਨਵਾਸ ਨਿਰਦੋਸ਼ ਦਵਾ ਦਿੱਤਾ। ਕਹਿੰਦੀ ਪਤੀ ਦੇਵ ਤੁਹਾਡੇ ਨਾਲ ਜਾਣਾ ਹੈ, ਅਸੀਂ ਰਾਜੇ ਹਾਂ, ਤੂੰ ਪਲੰਘਿਆਂ 'ਤੇ ਸੌਂ, ਵਧੀਆ ਪਦਾਰਥ ਖਾ, 14 ਸਾਲ ਬਾਅਦ ਮੈਂ ਆ ਜਾਊਂ। ਨਹੀਂ ਜੀ, ਮੈਨੂੰ ਤੁਹਾਡੇ ਨਾਲ ਹੀ ਜਾਣਾ ਹੈ। ਫਿਰ ਮੈਂ ਤਾਂ ਜੰਗਲਾਂ 'ਚ ਰਹਿਣਾ ਹੈ, ਕੱਖਾਂ ਦੀਆਂ ਕੁੱਲੀਆਂ 'ਚ ਰਹਿਣਾ ਹੈ, ਉੱਥੇ ਸੱਪਾਂ ਨੇ ਫੂਕਾਂ ਮਾਰਨੀਆਂ ਹੈ, ਉੱਥੇ ਸ਼ੇਰਾਂ ਨੇ ਗੱਜਣਾ ਹੈ, ਉੱਥੇ ਧੁੱਪ ਛਾਵੇਂ ਆਉਣੀ ਹੈ, ਦੁੱਖ ਹਰ ਦੁੱਖ ਸਹਾਰਨੇ ਪੈਣੇ ਹੈ, ਭੁੱਖੇ ਰਹਿਣਾ ਪਊ। ਭੁੱਖੋ ਭੋਜਨ ਰੂਖੋ ਭੋਜਨ ਭੂਮ ਸੈਨ, ਸਖੀ ਪਰ ਸੰਗ ਸੂਖ ਵਿਹਾਤ। ਭੁੱਖ ਰੁੱਖਾ ਖਾਣਾ ਪਵੇ, ਭੁੰਜੇ ਸੌਣਾ ਪਵੇ, ਸੂਲ ਸਾਹੂੰ ਤਨ ਸੂਖ ਰਹੂੰ, ਪਰ ਸੀ ਨਾ ਕਹੂੰ। इस प्रकार बाघ पुकार सो फरिन पुकार, शीस गुरु बरसी न कहूँ। बास कहाँ बन बास पलो, नहीं बास तब पिया पाए गहूँ। हास काहे उदास में गिरे हास रहूँ, पर मैं न रहूँ। पति देव जिन्हें मर्जी दुखियाण, ਤੁਹਾਡੇ ਪਾਏ ਪੈਰ ਚਰਨ ਪਕੜ ਕੇ ਚਰਨਾਂ 'ਚ ਸੌਂ ਕੇ ਮੈਨੂੰ ਸੋਖਿਆ, ਪਲੰਘਾਂ 'ਤੇ ਰਹਿ ਕੇ ਨਹੀਂ। ਸੱਚੀ ਪ੍ਰੀਤੀ ਵਿਖਾਈ ਸੀ, ਮਿਸਾਲ ਪੈਦਾ ਕਰ ਦਿੱਤੀ ਲੋਈ ਨੇ। ਇਸ ਪ੍ਰਕਾਰ ਜਾਓ ਤਨ ਚੀਰੋ ਅੰਗ ਨ ਮੋੜੋ, ਪਿੰਡ ਪਰੇ ਪ੍ਰਤੀਤ ਨ ਤੋੜੋ। ਖਮ ਤੁਮ ਬੀਜ ਭਇਓ ਨਾ ਕੋਈ, ਤੁਮ ਸੁਕੰਤ ਨਾਰ ਹਮ ਸੋਈ। ਕਹਿਤ ਕਬੀਰ ਸੁਨੋ ਹੈ ਲੋਈ, ਅਬ ਤੁਮਰੀ ਪ੍ਰਤੀਤ ਨ ਹੋਈ। ਸੱਚੀ ਪ੍ਰੀਤੀ ਪਦਮਾਵਤੀ ਨੇ ਵਿਖਾਈ ਸੀ ਭਗਤ ਜੈਦੇਵ ਦੀ ਪਤਨੀ ਨੇ। ਜਦੋਂ ਭਾਵ ਜਾਨਵਰ ਮਾਰ ਕੇ ਸ਼ਿਕਾਰ ਦੇ ਲਹੂ ਵਿੱਚ ਬਸਤਰ ਭਿਉਂ ਕੇ ਵਿਖਾਇਆ ਕਿ ਤੇਰਾ ਪਤੀ ਮਰ ਗਿਆ, ਇੱਕੋ ਹੀ ਹੌਕਾ ਲਿਆ, ਦੂਜਾ ਨਹੀਂ, ਤਾਂ ਸਰੀਰ ਛੱਡ ਗਈ ਸੀ। ਸੱਚੀ ਪ੍ਰੀਤੀ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਹੋਰ ਸਭ ਪ੍ਰੀਤ ਝੂਠੀ ਹੈ, ਨਾਸਮਾਨ ਹੈ, ਕਿਸੇ ਕੰਮ ਨਹੀਂ ਤੁਹਾਡੇ ਆਵੇਗੀ, ਧੋਖਾ ਦੇਵੇਗੀ। ਸੱਚੀ ਪ੍ਰੀਤ ਲੱਖ ਸਿਓ ਪ੍ਰੀਤ, ਲੱਖਾਂ ਨਾਲ ਪ੍ਰੀਤੀ ਇੱਕ ਨਾਲ ਨਹੀਂ। ਕਿਨੀ ਕਿਹਾ ਬਾਹਾਂ ਬਹੁ ਭਾਈ, ਕਿਨੀ ਕਿਹਾ ਮੈਂ ਕੁਲੇ ਵਡਿਆਈ, ਕਿਨੀ ਕਿਹਾ ਮੈਂ ਧਨੇ ਪਸਾਰਾ। ਬੜਾ ਧਨ ਹੈ ਮੇਰੇ ਕੋਲ, ਬੜੀਆਂ ਬਾਹਾਂ ਮੇਰੀਆਂ, ਲੱਖਾਂ ਮੇਰੇ ਮਗਰ। ਇਹ ਸਾਰੀ ਝੂਠੀ ਪ੍ਰੀਤੀ ਹੈ। ਇਸ ਪ੍ਰਕਾਰ ਲੱਖ ਸਿਓ ਪ੍ਰੀਤ ਹੋਵੇ, ਲੱਖ ਜੀਵਨ, ਲੱਖਾਂ ਵਰਿਆਂ ਜੀਵਨ ਹੋ ਜਾਵੇ, ਤੇਰਾ ਲੰਬਾ ਜੀਵਨ ਹੋ ਜਾਵੇ, ਫਿਰ ਕਿਸੇ ਕੰਮ ਹੈ। ਸੱਪਾਂ ਦੀ ਬੜੀ ਲੰਬੀ ਆਜੂ ਹੈ, ਕਾਵਾਂ ਦੀ ਬੜੀ ਲੰਬੀ ਆਜੂ ਹੈ, ਰੁੱਖਾਂ ਦੀ ਬੜੀ ਲੰਬੀ ਆਜੂ ਹੈ। ਦੇਸਾਂ ਪ੍ਰਦੇਸਾਂ 'ਚ ਵੇਖਦੇ ਆਏ, ਉਮਰਾਂ ਲਿਖੀਆਂ ਰੁੱਖਾਂ ਦੀਆਂ। ਇਹ 5000 ਦਾ ਪੁਰਾਣਾ, ਇਹ 10,000 ਦਾ ਪੁਰਾਣਾ ਹੈ। ਯਾਦ ਰੱਖੋ, ਪੱਥਰ ਵੀ ਜੂਨ ਵਿੱਚ ਹੈ, ਅਤੇ ਸਿਰ ਮੂੰਹ ਮੰਨਿਆਂ ਨੂੰ ਇਹ ਜੂਨ ਮਿਲਦੀ ਹੈ। ਅਤੇ ਜੇ ਭਾਗੇ ਪੱਥਰ ਜੂਨ ਮਿਲ ਗਈ, ਫਿਰ ਕੇਤੜਿਆਂ ਯੁੱਗ ਵਾਪਰੇ ਇੱਕ ਪਿਆਂ ਪਾਸ। ਇੱਕੇ ਥਾਂ ਪਿਆਂ ਕਈ ਯੁੱਗ ਲੰਘ ਜਾਣਗੇ, ਮੁਕਤੀ ਨਹੀਂ ਮਿਲਣੀ। ਕਦੋਂ ਪਰਲੋ ਹੋਵੇ ਅਤੇ ਕਦੋਂ ਮੁਕਤੀ ਮਿਲੇ, ਕਿਤੇ ਪੱਥਰ ਜੂਨ ਨਾ ਮਿਲਦੀ ਹੋਵੇ। ਇਹ ਸੱਚੀ ਪ੍ਰੀਤੀ ਗੁਰੂ ਸੰਗਤ ਨਾਲ, ਪਰਮੇਸ਼ਰ ਦੇ ਨਾਮ ਨਾਲ, ਕਥਾ ਕੀਰਤਨ ਨਾਲ, ਕਰਨ ਅਤੇ ਸੁਣਨ ਨਾਲ ਜੋੜਨੀ ਚਾਹੀਦੀ ਹੈ। ਹੋਰ ਸਾਰੀਆਂ ਪ੍ਰੀਤੀਆਂ ਝੂਠੀਆਂ। ਲੱਖ ਸਿਓ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਲੱਖਾਂ ਵਰੇ ਲੰਬਾ ਜੀਵਨ ਹੋ ਜਾਵੇ। ਹਰ ਕੋਈ ਜਿਉਣਾ ਹੀ ਮੰਗਦਾ ਹੈ, ਮਰਨਾ ਕੋਈ ਨਹੀਂ ਮੰਗਦਾ। ਜਦ ਮਰਨ ਨਾ ਪਾਇਆ, ਨਿਤ ਆਪ ਲੁਕਾਇਆ, ਮਦ ਜਮ ਪਕੜੇ ਲਾਏ ਜਾਏ ਜੀ। ਉਹ ਕਿਸੇ ਨੂੰ ਮਰਨਾ ਵੀ ਚੰਗਾ ਲੱਗਾ ਹੈ, ਆਪਣੇ ਆਪ ਨੂੰ ਲੁਕਾਉਂਦੇ ਨੇ, ਬੜੇ ਯਤਨ ਕਰਦੇ ਨੇ, ਪਰ ਅੱਜ ਤੱਕ ਸਿੱਖ ਜਾਤੀ ਜਗ ਨਾ ਕੋਈ ਥਿਰ ਰਹਿਆ। ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ, ਕਤਕ ਤੂੰਜਾ ਚੇਤ ਦਓ ਸਾਵਣ ਬਿਜਲੀਆਂ, ਸਿਆਲੇ ਸੌਂਦੀਆਂ ਫਿਰ ਗੱਲ ਬਾਹੜੀਆਂ। ਭਾਵੇਂ ਕਿੰਨੀਆਂ ਪ੍ਰੀਤੀਆਂ ਕਿਉਂ ਨਾ ਹੋਣ, ਕਿੰਨੀਆਂ ਖੁਸ਼ੀਆਂ ਕਿਉਂ ਨਾ ਚਾਓ, ਕਿੰਨਾ ਨਾ ਮਨ ਵਿੱਚ ਹੋਵੇ, ਵਿਛੜਿਆ ਵੇਸ ਹੋਏ ਵਿਛੋੜਾ, ਇਹ ਘਰੀ ਮਹਿ ਜਾਏ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵਿਛੜਿਆ ਵਿਛੋੜਾ ਹੋ ਜਾਣਾ। ਸਰੀਰ ਨਾਲੋਂ, ਕੁਰਸੀਆਂ ਨਾਲੋਂ, ਸੇਜਾਂ ਨਾਲੋਂ, ਮੰਦਰਾਂ ਨਾਲੋਂ, ਸੰਬੰਧੀਆਂ ਨਾਲੋਂ, ਸਾਰੀਆਂ ਵਸਤੂਆਂ ਨਾਲੋਂ ਵਿਛੜਿਆ ਵੇਸ ਜ਼ਹਿਰ ਬਣ ਜਾਣਾ ਸਭ ਕੁਛ। ਜਦੋਂ ਇਹ ਵਿਛੋੜਾ ਪੈ ਗਿਆ, ਇੱਕ ਘੜੀ ਮਹਿ ਜਾਏ। ਸਭ ਵਿੱਚ ਘੜੀ ਜਿਹੜੀ 24 ਮਿੰਟਾਂ ਦੀ ਮੰਨੀ ਹੈ, ਉਸ ਵਿੱਚ ਸਭ ਕੁਝ ਚਲਿਆ ਜਾਣਾ, ਨਾਸ ਹੋ ਜਾਣਾ ਹੈ। ਸਾਰੇ ਭਾਵ ਸੋਨੇ ਦੀ ਥਾਲੀ 'ਤੇ ਪਏ ਸਾਹਮਣੇ ਝੂਠੀਆਂ ਝੂਠੇ ਦਾਅਵੇ ਜਿਹੜੇ ਬੰਨੀ ਫਿਰਦਾ ਹੈ। ਜੇ 100 ਵਰਿਆ ਮਿੱਠਾ ਖੱਜ ਹੈ, ਧੀ ਫਿਰ ਕੌੜਾ ਖਾਏ ਸੈਂਕੜੇ ਵਰੇ। ਬੜੇ ਬੜੇ ਮਿੱਠੇ ਚੰਗੇ ਚੰਗੇ ਪਦਾਰਥ ਖਾ ਲਏ, ਬੜੇ ਆਨੰਦ ਲੈ ਲਏ, ਫਿਰ ਇੱਕ ਵਾਰੀ ਕੌੜਾ ਮੂੰਹ 'ਚ ਪੈ ਗਿਆ, ਸਭ ਕੁਛ ਕੌੜਾ ਕਰ ਦਵੋ। ਇਸ ਪ੍ਰਕਾਰ ਸਾਰੀ ਜ਼ਿੰਦਗੀ ਚੰਗੇ ਕੰਮ ਕਰੀ ਚੱਲੇ, ਅਤੇ ਇੱਕ ਮਗਰੋਂ ਥੋੜ੍ਹੀ ਗਲਤੀ ਹੋ ਗਈ, ਸਭ ਕੁਛ ਠੂਠ ਪੈ ਜਾਓ।
ਕੁਰੀਏ ਕੁਰੀਏ ਵਹਿੰਦਿਆ ਤਲਗਾੜਾ ਮਹਿਰੇਰ, ਵੇਖੀ ਛਿੱਟੜ ਥੀਮ ਦੋ ਜਾਮ ਕਸੰਦੋ ਕੇਰ। ਕੁਰੀਏ ਪੱਗ ਡੰਡੀ ਵਹਿੰਦਿਆ ਜਾਂਦਿਆਂ, ਪਹਾੜਾਂ ਨੂੰ ਜਾਓ, ਹੇਮਕੁੰਟ ਨੂੰ ਜਾਓ, ਮਨੀਕਰਨ ਨੂੰ ਜਾਓ, ਤੇ ਪਹਾੜ ਕੱਟ ਕੇ ਥੱਲੇ ਡੂੰਘੀ ਖੱਡ, ਇੱਕ ਪਾਸੇ ਪੱਥਰ, ਉੱਪਰ ਪਹਾੜ, ਤੇ ਕੁਰੀਏ ਪੱਗ ਡੰਡੀ ਥੋੜਾ ਰਸਾ, ਤੇ ਵਹਿੰਦੇ ਆ ਜਾਂਦੇ ਆ। ਜੇ ਤੇਰਾ ਪੈਰ ਫਿਸ ਗਿਆ, ਪਹਾੜ ਨੂੰ ਵੱਜ ਗਿਆ ਤਾਂ ਵੀ ਗਏ ਹੋ, ਤੇ ਜੇ ਥੱਲੇ ਨੂੰ ਰੜ ਗਿਆ ਤਾਂ ਤਾਂ ਵੀ ਗਏ ਹੋ। ਇੰਨਾ ਖਤਰਾ ਹੈ ਦੁਨੀਆ 'ਤੇ। ਸੰਭਲ ਸੰਭਲ ਕੇ ਪੈਰ ਧਰੋ, ਸੰਭਲ ਸੰਭਲ ਕੇ ਸੋਚੋ ਤੇ ਵੇਖੋ ਤੇ ਸੁਣੋ। ਇਸ ਪ੍ਰਕਾਰ ਜੇ ਇੱਕ ਵਾਰੀ ਗਲਤੀ ਹੋ ਗਈ, ਉਹ ਹੰਕਾਰ ਭਾਵੇਂ ਬੜਾਏ ਸਿਰ ਕੀ ਚਲਾਉਣ ਲਈ, ਪਰ ਸਾਰਾ ਪਵਾੜਾ ਵੀ ਇਹਨਾਂ ਤੋਂ ਪੈਦਾ ਹੁੰਦਾ ਹੈ। ਜਿਹੜਾ ਇਹਨਾਂ ਨੂੰ ਥੋੜ੍ਹਾ ਬਹੁਤਾ ਵਸ ਅਧੀਨ ਕਰ ਲਵੇ, ਉਹ ਸੁਖੀ ਹੋ ਜਾਂਦਾ ਹੈ। ਉਹ ਦੁੱਖ ਵੇਲੇ ਵੀ ਦੁੱਖ ਨੂੰ ਦੁੱਖ ਨਹੀਂ ਮੰਨਦਾ, ਤੇ ਸੁੱਖ ਵੇਲੇ ਬਹੁਤਾ ਹੰਕਾਰ ਨਹੀਂ ਕਰਦਾ। ਇਸ ਪ੍ਰਕਾਰ ਤਖਤ ਬਿਠਾਵੇਂ ਦਾਸ ਤੁਮਾਰੇ, ਕਾਸ ਬਿਠਾਵੇਂ ਕੇਤਕ ਬੋਲਾ, ਇੱਕ ਨਾ ਦੁਖ ਭੂਖ ਸਦ ਮਾਰ। ਇਹ ਵੀ ਦਾਤ ਤੇਰੀ ਦਾਤਾਰ, ਦੁੱਖ ਦੀ ਮਾਰ ਹੈ, ਭੁੱਖ ਦੀ ਮਾਰ ਹੈ, ਮਾਰਾ ਸਭ ਤੇਰੀ ਦਾਤ ਹੈ। ਪਾ ਦੋ ਮੇਰੀ ਇੱਕ ਵਿਕਾਰ ਭੋਗ ਲਿਆ, ਪਰ ਕੀ ਨਾਰ ਘਰ ਕੀ ਨਾਰ ਤੇ ਆਗੇ, ਅੰਧਾ ਪਰ ਨਾਰੀ ਸੋ ਘਾਲੇ ਧੰਦਾ। ਬੱਚੀਆਂ ਬੀਬੀਆਂ ਹੋਣ ਜਾਂ ਵੀਰ ਪੁਰਸ਼ ਹੋਣ, ਜੇ ਸਿਰ ਮੂੰਹ ਮੰਨ ਲਿਆ ਤੇ ਬੱਜਰ ਕਰੈ, ਤੇ ਤੰਬਾਕੂ ਖਾ ਲਿਆ ਸਭ ਕੀਤਾ ਖੁਦ ਪੈ ਗਿਆ। ਤੰਬਾਕੂ ਕੇ ਵਰਤ ਵੇ ਹੈ ਜਪ ਤਪ ਸਭ ਨਾਸ, ਜਿਉ ਚਨਕਾਰੀ ਅਗਨ ਕੀ ਪਰਤ ਪਰਾਨੇ ਘਾਸ। ਤਨਕ ਤੰਬਾਕੂ ਸੇਵੀਏ ਦੇ ਪਿੱਤਰ ਤਜ ਜਾਏ, ਤਨਕ ਨਾਮ ਥੋੜੇ ਰਹੇ। ਕੋਈ ਨਾਸ਼ਕਾਂ 'ਚ ਲੈਂਦਾ ਹੈ, ਕੋਈ ਧੂਆਂ ਚੁੰਘਦਾ ਹੈ, ਕੋਈ ਹੋਰ ਕਈ ਤਰ੍ਹਾਂ ਖਾਂਦਾ ਹੈ। ਥੋੜ੍ਹਾ ਵੀ ਜਿੰਨੇ ਸੇਵਨ ਕਰ ਲਿਆ, ਦੇਵ ਤੇ ਪਿੱਤਰ ਉਹਦੀ ਕੁਲ ਦੇ ਨੂੰ ਛੱਡ ਜਾਂਦੇ ਹੈ। ਗਰੀਬ ਜੀ ਨੂੰ ਛੱਡ ਦਿਓ, ਦੇਵ ਪਿੱਤਰ ਤਜ ਜਾਏ। ਪਾਣੀ ਤਾਂ ਕੇ ਹੱਥ ਦਾ, ਉਹ ਤੰਬਾਕੂ ਖਾਣ ਪੀਣ ਵਾਲਾ ਪਾਣੀ ਨੂੰ ਹੱਥ ਲਾ ਦੇ, ਤੇ ਪਾਣੀ ਸ਼ਰਾਬ ਵਰਗਾ। ਗ੍ਰੰਥਾਂ ਦੇ ਬਚਨ ਨੇ, ਤੇ ਸਾਡੇ ਲਾਂਗਰੀ ਇਹੋ ਜਿਹੇ ਹੋਣ, ਸਿਰ ਮੂੰਹ ਮੰਨੇ ਹੋਣ, ਤੰਬਾਕੂ ਖਾਂਦੇ ਹੋਣ, ਚਾਹ ਪੀ ਜਾਣ, ਕਿਰਪਾ ਫੇਰੀ ਜਾਣ, ਅਸੀਂ ਅੰਮ੍ਰਿਤਧਾਰੀ ਬਣ ਕੇ ਖਾਈ ਜਾਈਏ ਇਹਨਾਂ ਦੀ ਜੂਠ। ਇਸ ਪ੍ਰਕਾਰ ਕੀਤੀ ਕਤਰੀ ਖੋਜ ਪਾਉਣ ਵਾਲੀ ਗੱਲ ਹੈ। ਮਿੱਠਾ ਖਾਧਾ ਚੇਤਨ ਆਵੇ, ਕੁੜਤਨ ਧਾਰੇ ਜਾਏ। ਮਿੱਠਾ ਖਾਧਾ ਸਾਰੀ ਉਮਰ ਦਾ ਤੇ ਭੁੱਲ ਜਾਊਗਾ, ਜਿਹੜੀ ਕੁੜਤਨ ਖਾ ਲਈ ਇੱਕ ਵਾਰੀ ਧਾਏ ਸਰੀਰ 'ਚ ਫਿਰ ਜਾਵੇਗੀ। ਇਹ ਸਾਰੀ ਉਮਰ ਦਾ ਕੀਤਾ ਕਤਰੇ, ਇੱਕ ਗਲਤੀ ਤੇ ਇੱਕ ਵਿਸ਼ੇ ਵਿਕਾਰ ਭੋਗ ਲਿਆ, ਨਰਕਾਂ 'ਚ ਜਾ ਪਵੇਗਾ, ਏਡਾ ਡੂੰਘਾ ਡਿੱਗ ਪਵੇਗਾ, ਫਿਰ ਨਿਕਲਿਆ ਨਹੀਂ ਤੇਰੇ ਪਾਸੋਂ ਜਾਣਾ। ਧਾਏ ਭੱਜ ਕੇ ਇਸ ਪ੍ਰਕਾਰ ਸਾਰੀ ਥਾਂ ਪੈ ਜਾਵੇਗੀ। ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤਰ ਗੁੱਤੇ ਭੋਗ। ਮਿੱਠਾ ਤੇ ਕੌੜਾ ਦੋਵੇਂ ਰੋਗ ਹੀ ਨੇ, ਨਹੀਂ ਬਹੁਤਾ ਇਹਨਾਂ ਮਗਰ ਲੱਗਣਾ ਚਾਹੀਦਾ। ਵਿਸ਼ੇ ਵਿਕਾਰ ਭੋਗਦੇ ਹੈ ਮਿੱਠੇ ਜਾਣ ਕੇ, ਤੇ ਰੋਗ ਪੈਦਾ ਹੁੰਦਾ, ਤੇ ਨਰਕਾਂ 'ਚ ਪੈਣਾ ਪੈਂਦਾ ਹੈ। ਕਾਮੰ ਨਰਕ ਵਿਸਰਾਮੰ ਬਹੁ ਜੋਨੀ ਭਰਮਾਵਣ, ਚਿਤ ਹਰਨੰ ਤਰੈ ਲੋਕ ਗਮੰ ਜਪ ਤਪ ਸੀਲ ਵਿਧਾਰਣ। ਅਲਬ ਸੋਖ ਅਵਿਤ ਜਨ ਚਲ ਉਲੀ ਸਮਾਵਣ, ਤੈ ਭੈ ਬਿਮੰਚਰ ਸਾਧ ਸੰਗਮ ਓਟ ਨਾਨਕ ਨਾਰਾਇਣ। ਅੰਤ ਗੁੱਤੇ ਭੋਗ। ਇਸ ਪ੍ਰਕਾਰ ਝਾਕ ਝਾਕ ਝਗੜਾ, ਝਗੜਾ ਝਾਕ, ਝਗਾਂ ਮਾਰਨੀਆਂ, ਗੱਪਾਂ ਮਾਰਨੀਆਂ, ਝੂਠ ਬੋਲਣਾ ਨਹੀਂ, ਘੱਟ ਬੋਲੋ, ਸੱਚਾ ਬੋਲੋ, ਮਿੱਠਾ ਬੋਲੋ, ਸੁੱਖ ਬਣਿਆ ਰਹੇ। ਬਦੋ ਬਦੀ ਚੁਗਲੀ ਹੋ ਜਾਂਦੀ, ਉਹ ਵੀ ਮਾੜੀ ਹੈ। ਜਿਸ ਅੰਦਰ ਚੁਗਲੋ ਚੁਗਲੀ ਵੱਜੇ, ਕੀਤਾ ਕਰਦੇ ਉਸ ਦਾ ਸਭ ਗਿਆ। ਜਿਸ ਚੁਗਲੀ ਕਰਿਆ ਹੋਣ ਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਪਿਆ। ਇਹ ਹਾਲਾਤ ਚੁਗਲਾਂ ਦੀ ਹੋਵੇਗੀ। ਇਸ ਪ੍ਰਕਾਰ ਚੁਗਲੀ ਵੀ ਨਹੀਂ ਕਰਨੀ, ਨਿੰਦਿਆ ਵੀ ਨਹੀਂ ਕਰਨੀ, ਤੇ ਲੋੜ ਤੋਂ ਵੱਧ ਉਸਤਤ ਵੀ ਨਹੀਂ ਕਰਨੀ। ਉਸਤ ਨਿੰਦਾ ਦੋ ਤਿਆਗੇ ਖੋਜੇ ਪਨ ਨਿਰਵਾਣਾ, ਜਰ ਨਾਨੇ ਖੇਲ ਕਠਨ ਹੈ ਕਿਨੂੰ ਗੁਰਮ ਹੋ ਜਾਣਾ। ਝਾਕ ਝਾਕ ਝਗਾਂ ਮਾਰ ਮਾਰ, ਗੱਪਾਂ ਮਾਰ ਮਾਰ, ਝੂਠ ਬੋਲ ਝਗੜਾ ਝਗੜਾ ਝਾਕ, ਤੇ ਝਗੜਾ ਆਦਿਕ ਤੇ ਗਲਾ ਵਿੱਚ ਪੈਣਾ, ਹੋਰ ਕੀ ਹੋਣਾ ਹੈ। ਝਾਕ ਝਾਕ ਜਾਹੀ ਝਖੇ ਤਿੰਨ ਪਾਸ, ਝਖਾਂ ਮਾਰ ਮਾਰ। ਇਸ ਪ੍ਰਕਾਰ ਜਾਹੀ ਦੁਨੀਆ ਤੋਂ ਸਭ ਨੇ ਜਾਣਾ, ਜਿਹਦੇ ਪਾਸ ਜਾਣਾ ਸਭ ਕੁਝ ਜਾਣਦਾ ਹੈ। ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਬਖਸ਼ਾ ਕਰਦੇ ਨੇ ਕਿ ਜਿਹੜਾ ਰੱਬ ਦਾ ਨਾਮ ਨਹੀਂ ਲੈਂਦਾ, ਨਾਮ ਰੂਪੀ ਗੁਰੂ ਬਾਣੀ ਨਹੀਂ ਪੜ੍ਹਦਾ, ਨਿਤਨੇਮ ਨਹੀਂ ਕਰਦਾ, ਅੰਮ੍ਰਿਤ ਨਹੀਂ ਛਕਦਾ, ਤੁਮੀ ਤੁਮਾ ਵਿਸ ਆਕਤ ਧੂਰਾ ਨਿੰਮ ਫਲ, ਮਨਮੁਖ ਵਸੈ ਤਿਸ ਜਿਸ ਤੂੰ ਚੇਤਨ ਆਵਈ। ਰੱਬ ਚੇਤੇ ਨਹੀਂ ਕਦੇ ਵੀ, ਨਾ ਦਿਨੇ ਨਾ ਰਾਤ, ਨਾ ਸਵੇਰੇ ਨਾ ਸ਼ਾਮ। ਤੁਮਾ ਕਿੰਨਾ ਕੌੜਾ, ਤੁਮੀ ਤੁਮਾ ਦੋਵੇਂ ਕੌੜੇ ਨੇ। ਤੁਮੀ ਤੁਮਾ ਵਿਸ ਜ਼ਹਿਰ ਵੀ ਕੌੜੀ ਹੈ, ਅੰਕੀ ਜੀਤ ਜ਼ਹਿਰ ਵਰਗੀ ਹੈ, ਤੇ ਜ਼ਹਿਰਾਂ ਵੀ ਹੈ ਨਹੀਂ ਜਿਹੜੀਆਂ ਖਾਣ ਨਾਲ ਮੌਤ ਹੋ ਜਾਂਦੀ ਹੈ।
जैसे तन की ही बिक खात मरजात तात गात मरजात प्रतवाली बरखण की मैखी दुहाय राखी भांजन पर कांजी की बूंद बात न हरखण की। जैसे कोट पर तूलन रंटक जनक भरे होत पसमान किन में खरखन की। जैसे पर तन दुख न बेकार किए हरे न सुकृत बात न हरखण की। तनक नाम है थोड़ी दा ते बिख नाम है जार दा। ਜਿਹੜਾ ਥੋੜੀ ਵੀ ਜ਼ਹਿਰ ਖਾ ਲੈਂਦਾ ਹੈ ਤੇ ਗਾਦ ਨਾਮ ਹੈ ਸਰੀਰ ਦਾ। ਸਰੀਰ ਨੂੰ ਮੁਰਦਾ ਕਰਾਰ ਦੇਣਾ ਪੈਂਦਾ ਹੈ, ਭਾਵੇਂ ਕਿੰਨੇ ਸਾਲਾਂ ਦਾ ਪੜਿਆ ਜਵਾਨ ਕਿਉਂ ਨਾ ਸਰੀਰ ਹੋਵੇ। ਇਸ ਪ੍ਰਕਾਰ ਤਲਕੀ ਬੇਖਾਦ ਮਰਜਾਦ ਤਾਦ ਗਾਦ ਪ੍ਰਹਾਲੀ ਬਰਖਣ ਕੀ ਮਹਿੰਗੀ ਮੱਝਾਂ ਦੁਹਾਏ ਚੋਕੇ ਬਹੁਤਾ ਦੁੱਧ ਇਕੱਠਾ ਕੀਤਾ ਹੈ ਤੇ ਕਾਂਜੀ ਖੱਟੇ ਦੀ ਇੱਕ ਬੂੰਦ ਦੁੱਧ ਨੂੰ ਦੁੱਧ ਨਹੀਂ ਰਹਿਣ ਦਿੰਦੀ, ਉਹਦਾ ਰੂਪ ਵਿਗਾੜ ਦਿੰਦੀ ਹੈ। ਖੱਟਾ ਬਣ ਜਾਂਦਾ, ਉਹ ਦਹੀਂ ਬਣ ਜਾਂਦਾ ਹੈ, ਫਿਰ ਦੁੱਧ ਨਹੀਂ ਬਣ ਸਕਦਾ। ਇੱਕ ਬੂੰਦ ਇਸ ਪ੍ਰਕਾਰ ਗੁਰਮੁਖੋ ਸਾਰੀ ਜ਼ਿੰਦਗੀ ਚੰਗੇ ਕੰਮ ਕਰੀ ਚੱਲੋ, ਇੱਕ ਮਾੜਾ ਕਰ ਲਓ ਸਭ ਕੁਝ ਡਿੱਗ ਪੈਂਦਾ, ਥੱਲੇ ਜਾ ਪੈਂਦਾ ਹੈ। ਬੜਾ ਔਖਾ ਹੈ ਸੰਤ ਭਗਤ ਕਹਾਉਣਾ, ਬੜਾ ਸੌਖਾ ਭੇਖ ਬਿੜਾਉਣਾ। ਇਸ ਪ੍ਰਕਾਰ ਮਹਿੰਗੀ ਦੁਹਾਏ ਗੁਰੂ ਰਾਖੀ ਭਾਂਜਨ ਪਰ ਪਰਤ ਕਾਂਜੀ ਕੀ ਬੂੰਦ ਬਾਦ ਨ ਹਰਖਣ ਕੀ। ਕੋਟ ਭਾਰ ਤੂਲਨ ਰੰਟਕ ਜਨਕ ਭਰੇ। ਤੂਲਨ ਰੋ ਨੂੰ ਕਹਿੰਦੇ ਆ ਤੇ ਕੱਖਾਂ ਨੂੰ ਕਹਿੰਦੇ ਆ। ਬਹੁਤੇ ਇਕੱਠੇ ਕਰ ਲਓ, ਸੈਂਕੜੇ ਮਣਾ ਕਰ ਲਓ ਤੇ ਅਗਨੀ ਦੀ ਇੱਕ ਚੰਗਿਆੜੀ ਉਹਨੂੰ ਭਸਮ ਬਣਾ ਦਿੰਦੀ, ਸਵਾਹ ਕਰ ਦਿੰਦੀ ਹੈ। ਸਾਰੀ ਉਮਰ ਚੰਗੇ ਕੰਮ ਕਰੇ ਚਲੋ ਤੇ ਇੱਕ ਮਾੜਾ ਕਰ ਲਓ। ਜਨ ਨਾ ਕਰੋ ਸਾਰੇ ਵੀਰ ਸਾਵਧਾਨ ਹੋਵੋ ਤੂੰ ਰੰਟ ਕਿਸੇ ਨੂੰ ਬਹੁਤ ਪਸਮਾਨ ਕਿਨ ਮੈਂ ਕਰਖਣ ਕੀ। ਪਰ ਤਨ ਪਰਾਇਆ ਤਨ ਸਰੀਰ ਵਿਸ਼ੇ ਵਿਕਾਰ ਭੁੱਲ ਕੇ ਪਰ ਧਨ ਖੋ ਕੇ ਲੈਂਦਾ, ਲੁੱਟ ਕੇ ਲੈਂਦਾ, ਚੋਰੀ ਕਰ ਲਈ, ਠੱਗੀ ਮਾਰ ਲਈ। ਪਰ ਧਨ ਦੁੱਖ ਨਾ ਵਿਕਾਰ ਕੀਏ ਹਰੇ ਸੁਕਰਤ। ਸੁਕਰਤ ਪੰਨਾ ਨੂੰ ਹਰੇ ਨਾਸ਼ ਕਰ ਦਿੰਦੀ ਹੈ, ਬਾਦ ਨਾ ਹਰਖਣ ਕੀ। ਖੁਸ਼ੀ ਦੀ ਗੱਲ ਨਹੀਂ। ਇਸ ਪ੍ਰਕਾਰ ਗੁਰੂ ਹਜ਼ੂਰ ਅੱਜ ਦੇ ਇਸ ਮੁੱਖ ਵਾਕ ਵਿੱਚ ਸ਼ਬਦ ਵਿੱਚ ਇਹ ਸਿੱਖਿਆ ਸਾਨੂੰ ਮਹਾਰਾਜ ਸਾਹਿਬ ਦਿੰਦੇ ਹੈ। ਇਹ ਨਹੀਂ ਵੀ ਸਾਰੀ ਉਮਰ ਚੰਗੇ, ਜੇ ਸਾਰੀ ਉਮਰ ਮਾੜੇ ਕਰੀ ਚਲੋ ਰੱਬ ਚੇਤੇ ਨਹੀਂ, ਫਿਰ ਤੁਮੀ ਤੁਮਾ ਵਿਸ ਆਕਤ ਧੂਰਾ ਨਿੰਮ ਫਲ। ਅੱਖ ਵਰਗਾ ਕੌੜਾ ਹੈ, ਨਿੰਮ ਵਰਗਾ ਕੌੜਾ ਹੈ। ਨਿੰਮ ਵਿੱਚ ਤੇ ਗੁਣ ਹੋਣਗੇ, ਅੱਖ ਵਿੱਚ ਵੀ ਗੁਣ ਹੋਣਗੇ। ਮਨਮੁਖ ਤੇਰੇ 'ਚ ਕਿਹੜੇ ਗੁਣ ਨੇ ਜਿਸ ਤੋਂ ਚੇਤਨ ਆ ਗਈ। ਹੁਣ ਬਾਣੀ ਦੀਆਂ ਪੰਕਤੀਆਂ ਸੁਣ ਰਹੇ ਹੋ ਆਪ ਜੀ, ਤੇ ਲਿਹਾਜ਼ ਇੱਥੇ ਕਿਸੇ ਦਾ ਹੈ ਹੀ ਨਹੀਂ, ਚਾਹੇ ਕਹਿਣ ਵਾਲਾ ਤੇ ਚਾਹੇ ਸੁਣਨ ਵਾਲਾ ਹੈ। ਬਾਹਰੋਂ ਕਾਸ਼ਟ ਪਾਈ ਹੈ ਕਿਸੇ ਨੇ ਮੋਬਾਇਲ 'ਤੇ, ਉਹ ਕਥਾਕਾਰ ਸੀ, ਉਹ ਮਰ ਗਿਆ, ਉਹਨੂੰ ਜੰਮ ਲੈ ਗਏ। ਇੰਨਾ ਛਿੱਤਰ ਫੇਰਿਆ, ਇੰਨੀ ਛਿੱਤਰ ਫੇਰਿਆ, ਆਪ ਦੱਸਦਾ ਮੂੰਹ ਆਪਣਿਓ। ਸਮਾਂ ਪਾ ਕੇ ਚਲੋ ਫਿਰ ਜਿਉਂਦਾ ਹੋ ਗਿਆ। ਆਹ ਹਾਲਾਤ ਮੇਰੀ ਹੋਈ ਸੀ। ਨਿਰੀ ਕਥਾ ਜਾਓ ਜਾਣੇ ਮੈਂ ਕਥਨੀ ਕਰਦਾ ਛੁੱਟ ਜਾਵੇਗਾ। ਵਿਆਪਾਰੀ ਬਸਦਾ ਜੂੰ ਫਿਰਦਾ, ਬਸਦਾ ਧਰਤੀ 'ਤੇ ਵਪਾਰੀ ਆਪਣਾ ਸੌਦਾ ਵੇਚਦਾ ਫਿਰਦਾ ਹੈ। ਇਹ ਹਾਲਾਤ ਕੀਰਤਨ ਵਾਲਿਆਂ ਦੀ, ਹੋਰ ਪ੍ਰਚਾਰਾਂ ਕਰਨ ਵਾਲਿਆਂ ਦੀ। ਇੰਨੇ ਪੈਸੇ ਲਾ ਕੇ ਇੰਨਾ ਕੁਛ ਕਰਾਂਗੇ, ਨਹੀਂ ਤੇ ਨਹੀਂ। ਜਿੰਨਾ ਚਿਰ ਅੰਦਰੋਂ ਪ੍ਰੀਤ ਨਹੀਂ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹੋ ਜਗ ਭਰਮ ਭੁਲਾਇਆ ਬਿਰਲਾ ਬੂਝੇ, ਕੋਈ ਨਹੀਂ ਛੁਟਕਾਰਾ ਹੋਣਾ। ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵਾਹ ਕੱਢੇ ਤੇ ਜਮਾਲਿਆ। ਕਾਪੜ ਗਾਂਠ ਲਗਾਇਆ ਰਾਂਦ, ਕੱਪੜੇ ਵਿੱਚ ਚਿੱਟੇ ਪਾ ਲਏ ਨੇ, ਰੰਗ ਲਏ ਨੇ, ਹੋਰ ਰੰਗ ਬਿਰੰਗੇ ਪਾ ਲਏ ਨੇ। ਕਾਪੜ ਕਾਠ ਨਾਮ ਲੱਕੜੀ ਦਾ ਹੈ। ਘਰਾਂ ਵਿੱਚ ਕੁਰਸੀਆਂ ਮੇਜ਼ ਵੀ ਲੱਕੜੀ ਦੇ ਨੇ, ਦਰਵਾਜ਼ੇ ਵੀ ਲੱਕੜੀ ਦੇ ਨੇ, ਹੋਰ ਛੱਤਾਂ ਲੱਕੜੀਆਂ ਦੀਆਂ ਪੈਂਦੀਆਂ ਸਨ। ਉਹਨਾਂ ਨੇ ਵੀ ਚੂਨਾ ਗੱਜ ਰੰਗਾ ਲਿਆ, ਰੰਗ ਬਿਰੰਗੇ ਰੰਗਾਂ ਨਾਲ ਰੰਗਾ ਲਿਆ। ਬੜੇ ਸੋਹਣੇ ਲੱਗਦੇ ਨੇ, ਬੜਾ ਖੁਸ਼ ਹੈ। ਕਾਪੜ ਵੀ ਚੰਗੇ ਵਧੀਆ ਰੰਗ ਕੇ ਤੇ ਚਿੱਟੇ ਸਾਫ ਵੀ ਪਾ ਲਏ ਨੇ, ਹੋਰ ਵੀ ਪਾ ਲਏ ਨੇ। ਰੰਗਾਇਆ ਰੰਗ ਲਰਾਲੀ ਪਾਸੋਂ, ਘਰ ਗੱਜ ਕੀਤੇ ਬਾਗੇ ਬਾਗ। ਘਰ ਗੱਜ ਚਿੱਟੇ ਚੂਨੇ ਵਰਗੇ ਬੱਗੇ ਬਣਾ ਲਏ ਨੇ, ਚਮਕਦੇ ਬਣਾ ਲਏ ਨੇ। ਇਸ ਪ੍ਰਕਾਰ ਤੇ ਇਹਨਾਂ ਨੂੰ ਪਾ ਕੇ ਬਸਤਰਾਂ ਨੂੰ ਬਾਗੇ ਬਾਗੋ ਬਾਗ ਹੋ ਗਏ ਹੈ। ਫਿਰ ਤੂੰ ਬਾਗਾਂ 'ਚ ਫਿਰਦਾ ਹੈ, ਫਿਰ ਤੂੰ ਫੁੱਲਾਂ ਦੀਆਂ ਵਾਸ਼ਨਾ ਲੈਂਦਾ ਹੈ। ਇਸ ਪ੍ਰਕਾਰ ਇੰਨਾ ਕੁਛ ਵੀ ਕਿਉਂ ਨਾ ਕਰ ਲਵੇਂ। ਸਾਧ ਸਹਿਜ ਕਰ ਮਨ ਖੇਲਾਇਆ, ਸਾਧ ਸਵਾਦ ਲੈ ਕੇ ਸਹਿਜ ਆਦਿਕ ਟਿਕਾਵਲੀ ਵਰਤੀ ਜਾ ਕੇ ਕਰ ਮਨ ਨੂੰ ਖਿਲਾਇਆ ਹੈ, ਮਨ ਨੂੰ ਪ੍ਰਸੰਨ ਕੀਤਾ, ਮਨ ਨੂੰ ਖੁਸ਼ ਕੀਤਾ ਹੈ। ਮਨ ਨੂੰ ਹੋਰਿਆ ਨਹੀਂ, ਮਨ ਨੂੰ ਰੋਕਿਆ ਨਹੀਂ ਵੀ ਸਾਧ ਸਵਾਦ ਛੱਡ ਦੇ। ਪਰਮੇਸ਼ਰ ਦੇ ਨਾਮ ਉਹ ਰਸ ਪੀਆ, ਇਹ ਰਸ ਨਹੀਂ ਆਵਾ, ਇਹ ਰਸ ਪਾਵਾ, ਉਹ ਰਸ ਨਹੀਂ ਪਾਵਾ। ਇਹ ਰਸ ਪਰਮੇਸ਼ਰ ਦਾ ਨਾਮ ਦਾ ਤਾਂ ਹੀ ਆਊ ਜੇ ਉਹ ਰਸ ਨੂੰ ਛੱਡੇਗਾ।
ਤੈਸੈ ਪਾਸੋਂ ਕਹਿਣ ਕਹਾਇਆ, ਸਹੁ ਨਾਮ ਹੈ ਮਾਲਕ ਦਾ ਪਤੀ ਦਾ। ਉਸ ਪਾਸੇ ਸਾਹਮਣੇ ਹੋਵੇਗਾ, ਉਹਨੇ ਤਾਂ ਲਿਹਾਜ਼ ਨਹੀਂ ਕਰਨਾ। ਕਹਿ ਲਿਆ ਕਹਾ ਲਿਆ ਦੁਨੀਆ ਤੇ ਮੈਂ ਚੰਗਾ ਹੈ। ਆਹ ਪਖੰਡੀਆਂ ਲੋਕਾਂ ਦੀ ਦੁਕਾਨਾਂ ਕਿਵੇਂ ਚੱਲਦੀਆਂ ਹੈ, ਚਾਟੜੇ ਆਪਣੇ ਬਣਾਏ ਹੁੰਦੇ ਹੈ। ਆਹ ਦਵਾਈ ਖਾਧੀ, ਮੈਨੂੰ ਕਿਤਿਓਂ ਇਲਾਜ ਆਰਾਮ ਨਹੀਂ ਆਇਆ, ਮੈਂ ਬਿਲਕੁਲ ਠੀਕ ਹੋ ਗਿਆ। ਆਹ ਖਾਧੀ ਮੈਂ, ਆਹ ਖਾਧੀ, ਉਹੀ ਭਰ ਭਰ ਕੇ ਸਾਰਿਆਂ ਨੂੰ ਸੁਣਾਈ ਜਾਣਾ। ਦੁਕਾਨ ਚਲਾਉਣ ਲਈ ਚਾਟੜੇ ਬਣਾ ਲੈਣੇ, ਪੈਸੇ ਦੇ ਕੇ ਖਰੀਦ ਲੈਣੇ। ਤੈਸੈ ਪਾਸੋਂ ਮਾਰਗ ਪਾਸੋਂ ਤਾਂ ਸੱਚੀ ਉੱਥੇ ਉਗੜਿਆ ਹੋਣਾ ਹੈ, ਉੱਥੇ ਝੂਠ ਨਹੀਂ ਚੱਲਣਾ। ਕਹਿ ਲਿਆ ਜਾਂ ਕਹਾ ਲਿਆ ਆਪਣੀ ਮਰਜ਼ੀ ਹੈ, ਇਸ ਤਰ੍ਹਾਂ ਪ੍ਰਾਪਤੀ ਨਹੀਂ। ਮਿੱਠਾ ਕਰਕੇ ਕੌੜਾ ਖਾਇਆ, ਤਿਨਹੁ ਕੌੜੇ ਤਨ ਰੋਗ ਜਮਾਇਆ। ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਕਰੇ, ਮਿੱਠਾ ਕਰਕੇ ਕੌੜਿਆਂ ਵਿਸ਼ੇ ਵਿਕਾਰਾਂ ਨੂੰ ਭੋਗਦਾ ਤੂੰ ਮਿੱਠੇ ਸਮਝ ਕੇ, ਮਨਿਆਈਆਂ ਕਰਦਾ ਵਿਸ਼ੇ ਵਿਕਾਰਾਂ ਨੂੰ ਮਿੱਠੀਆਂ ਸਮਝ ਕੇ, ਪ੍ਰਭਤਾ ਵਡਿਆਈ ਦੀ। ਸੋ ਇਸ ਪ੍ਰਾਪਤੀ ਲਈ ਕਿੱਲ ਕਿੱਲ ਮਰਦਾ ਹੈ, ਕਿੰਨੇ ਜ਼ੁਲਮ ਅਤੇ ਕਿੰਨੇ ਪਾਪ ਕਰਦਾ ਹੈ। ਮਿੱਠਾ ਕਰਕੇ ਕੌੜਾ ਖਾਇਆ, ਕੌੜੇ ਵੀ ਨਾਲ ਖਾਈ ਜਾਂਦਾ, ਮਿੱਠੇ ਜਾਣ ਜਾਣ ਕੇ, ਪਰ ਅੰਤ ਨੂੰ ਇਹਦਾ ਫਲ ਕੀ ਮਿਲੂ। ਤਿਨ ਕੌੜੇ ਤਨ ਰੋਗ ਜਮਾਇਆ। ਇਹਨਾਂ ਕੁੜੱਤਣ ਵਿਸ਼ੇ ਵਿਕਾਰਾਂ ਨੇ ਤਨ ਵਿੱਚ ਰੋਗ ਸਰੀਰ 'ਚ ਪੈਦਾ ਕਰ ਦੇਣੇ। ਤਿਨ ਕੌੜੇ ਤਨ ਰੋਗ ਜਾਮੇ ਆਉਣਾ, ਰੋਗ ਪੈਦਾ ਹੋ ਜਾਣਾ। ਕੀਤਾ ਪਵਣਾ ਪੈਣਾ ਪਾਪ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ, ਲੇਖਾ ਰੱਬ ਮੁਗੇਸੀਆ ਬੈਠਾ ਕੱਢ ਵਹੀ। ਤਲਬਾਂ ਪੌਸਨ ਆਕੀਆਂ ਬਾਕੀ ਜਿੰਨਾ ਰਹੀ, ਅਜਰਾਈ ਫਰੇਸਤਾ ਹੋਸੀ ਆਏ ਤਹੀ। ਆਮਣ ਜਾਣ ਸੁੱਜੇ ਭੀੜੀ ਗਲੀ ਫਹੀ, ਕੂੜਮ ਖੁੱਟੇ ਨਾਨਕਾ ਓੜਕ ਸੱਚ ਰਹੀ। ਰੋਗ ਪੈਦਾ ਹੋਣਾ ਇਹਨਾਂ ਵਿਸ਼ੇ ਵਿਕਾਰਾਂ ਤੋਂ, ਮਨਾਈਆਂ ਤੋਂ। ਜਰਾ ਮਰਾ ਤਾਪ ਸਿਰ ਸਾਬ, ਸਭ ਹਰ ਕੇ ਵਸ ਹੈ। ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਜਰਾ ਵਿਡੇ ਪਾਉਣਾ ਕੋਈ ਰੋਗ ਲਓ, ਹਾਂ ਰੋਕ ਲੈਂਦੇ ਨੇ, ਕਾਲਾ ਰੰਗ ਕਰ ਲੈਂਦੇ ਕੇਸਾਂ ਨੂੰ, ਦਾੜੀਆਂ ਨੂੰ, ਅਤੇ ਫਿਰ ਵਡੇਪਾ ਨਹੀਂ ਆਉਂਦਾ, ਫਿਰ ਵੀ ਆ ਹੀ ਜਾਂਦਾ ਹੈ। ਇਸ ਪ੍ਰਕਾਰ ਜਰਾ ਮਰਾ ਮੌਤ ਕੋਈ ਰੋਕ ਲਓ। ਬੜਿਆਂ ਨੇ ਬੜੇ ਯਤਨ ਕੀਤੇ, ਅੱਜ ਤੱਕ ਜਿਉਂਦਾ ਕੋਈ ਦੁਨੀਆ 'ਤੇ ਰਿਹਾ ਹੀ ਨਹੀਂ। ਸਿੱਖ ਜਾਤੀ ਜਗ ਨਾ ਕੋਈ ਥਿਰ ਰਿਹਾ, ਕੋਈ ਥਿਰ ਨਹੀਂ ਅੱਜ ਤੱਕ ਰਹਿ ਸਕੇ। ਬੜਿਆਂ ਨੇ ਬੜੇ ਯਤਨ ਕੀਤੇ ਨੇ। ਜਗ ਮਰਨ ਨਾ ਭਾਇਆ, ਲਿਤ ਆਪ ਲੁਕਾਇਆ। ਮਰ ਜਮ ਪਕੜੇ ਲੈ ਜਾਏ ਜੀ, ਕਿਸੇ ਨੂੰ ਮਰਨਾ ਭਾਇਆ ਹੀ ਨਹੀਂ, ਚੰਗਾ ਲੱਗਾ ਹੀ ਨਹੀਂ, ਪਰ ਮੌਤ ਤੋਂ ਕੋਈ ਬਚਿਆ ਵੀ ਨਹੀਂ। ਜਰਾ ਮਰਾ ਤਾਪ, ਤਾਪ ਸਰੀਰ 'ਤੇ ਆਉਣਾ, ਸਿਰਕ ਛੋਟੀ ਜਿਹੀ ਕੰਡਾ ਲੱਗਣਾ, ਸੱਪ ਨੇ ਡੰਗਣਾ, ਇਹ ਸਭ ਹਰੀ ਦੇ ਵਸ ਹੈ, ਤੇਰੇ ਕਰਮਾਂ ਦਾ ਭੋਗ ਹੈ। ਇਸ ਪ੍ਰਕਾਰ ਫਿਰ ਮਿੱਠਾ ਪੇੜੇ ਪਾਏ, ਇਸ ਪਰ ਕਹਿਣ ਕਹਾਇਆ। ਜੇ ਫਿਰ ਮਿੱਠਾ ਪੇੜੇ ਪਾਏ, ਤਉ ਕੁੜਤਨ ਚੂਕ ਸਮਾਏ। ਜੇ ਫਿਰ ਮਿੱਠਾ ਪੇੜੇ ਪੱਲੇ ਪੇੜੇ, ਪੇੜ ਵਿੱਚ ਭਗਤ ਜੀ ਨੇ ਕਿਹਾ ਨਾ, ਇਸ ਪ੍ਰਕਾਰ ਸੋ ਪੇੜੇ ਭਾਵ ਜਿਵੇਂ ਜੱਟ ਜ਼ਿਮੀਂਦਾਰ ਪੇੜ ਬਣਾਉਂਦੇ ਨੇ, ਇਸ ਪ੍ਰਕਾਰ ਭਾਂਡੇ ਘੰਨ ਵਾਲਾ ਆਪਣੀ ਪੇੜੀ ਪੇੜ ਬਣਾਉਂਦਾ ਹੈ। ਵੇ ਪੇੜ ਪੱਲੇ ਪੈ ਗਿਆ ਤੇਰੇ, ਜੋ ਕੁਛ ਕੀਤਾ ਉਹੀ ਪੱਲੇ ਪੈਣਾ। ਜੇ ਹਾ ਬੀਜੇ ਸੋ ਲੁਣੇ, ਕਰਮਾਂ ਸੰਦੜਕ। ਜੋ ਤੇਰੇ ਪੇੜ ਪੱਲੇ, ਜੋ ਤੇਰੇ ਅੰਤਕਰਨ ਵਿੱਚ ਹੈ, ਉਹੀ ਬਾਹਰ ਨਿਕਲਣਾ ਹੈ, ਦੂਜਾ ਕਿੱਥੋਂ ਨਿਕਲੂ। ਵਸੂ ਅੰਦਰ ਵਸ ਸਮਾਵੈ, ਦੂਜੀ ਹੋਵੇ ਪਾਸ। ਅੰਦਰ ਤੇ ਕੁੜੱਤਣ ਭਰੀ ਹੈ, ਲਬਾਲਬ ਭਰਿਆ ਹੋਇਆ, ਦੂਜੀ ਚੰਗੇ ਗੁਣ ਤੈਰਨਾ ਹੀ ਨਹੀਂ। ਚੰਗੇ ਧਾਰਨ ਕਰ ਲਾ ਤੇ ਮਾੜੇ ਨਾ ਠਹਿਰਨਾ, ਫਿਰ ਰੱਬ ਦੀ ਪ੍ਰਾਪਤੀ ਹੈ। ਫਿਰ ਜੇ ਫਿਰ ਮਿੱਠਾ ਪੇੜੇ ਪਾਏ, ਪੇੜੇ ਪੱਲੇ ਪੈ ਜਾਵੇ, ਘਰ ਵਿਹੜੇ 'ਚ ਆ ਜਾਵੇ, ਅੰਤਕਰਨ ਵਿੱਚ ਟਿਕ ਜਾਵੇ ਤੇ ਸ਼ੁਭ ਗੁਣ। ਤਉ ਕੁੜੱਤਣ ਚੂਕ ਸਮਾਏ। ਕੁੜੱਤਣ ਜਿਹੜੀ ਵਿਸ਼ੇ ਵਿਖਾਰਾਂ ਦੀ ਹੈ, ਜਿਹੜਾ ਹੁਣ ਕੌੜਾ ਬੋਲਣਾ ਤੇ ਫਿੱਕਾ ਬੋਲਣਾ ਤੇ ਹੰਕਾਰ ਕਰਨਾ, ਇਹ ਜ਼ਹਿਰ ਹੈ। ਇੱਕ ਵਾਰੀ ਬੋਲਣ ਨਾਲ ਹੀ ਕਿਤੇ ਕੋਈ ਦੰਦ ਦੁਖਦਾ ਸੀ ਤੇ ਜਵਾਨ ਉਹਨੂੰ ਘੜੀ ਬੜੀ ਹਿਲਾ ਵੇਖੇ। ਦੰਦ ਕਹਿੰਦੇ ਵੇਖ ਭੈਣ, ਮੈਂ ਅੱਗੇ ਦੁਖੀ ਹੈ, ਤੂੰ ਸਾਡੇ ਵਿੱਚ ਰਹਿੰਦੀ ਹੈ, ਕਿਉਂ ਛੇੜਦੀ ਹੈ, ਮੈਨੂੰ ਦਰਦ ਹੁੰਦੀ ਹੈ। ਉਹ ਹਟਦੀ ਨਹੀਂ, ਸੁਭਾਅ ਹੁੰਦਾ ਨਾ। ਸੋ ਕਹਿੰਦੇ ਵੀ ਅਸੀਂ ਤੈਨੂੰ ਚਿੱਤ ਚਿੱਤ ਕੇ ਨਿੱਘੀ ਨਿੱਘੀ ਕਰ ਦਿਆਂਗੇ। ਤੇ ਕਹਿੰਦੀ ਮੇਰੀ ਤਾਕਤ ਨੂੰ ਨਹੀਂ ਜਾਣਦੇ, ਮੈਂ ਇੱਕੋ ਹੀ ਸ਼ਬਦ ਕਹਿਣਾ, ਬਟ ਬੱਤੀਆਂ ਨੂੰ ਅਗਲੇ ਨੇ ਕੱਢ ਦੇਣਾ ਮੂੰਹ 'ਚ। ਇੱਕੋ ਵਚਨ ਕਹੂੰਗੀ। ਬਚਨਾਂ 'ਚ ਬੜਾ ਕੁਛ ਲੁਕਿਆ ਹੋਇਆ ਹੈ। ਸੱਚਾ ਬੋਲੋ, ਮਿੱਠਾ ਬੋਲੋ, ਘੱਟ ਬੋਲੋ, ਲੋੜ ਅਨੁਸਾਰ ਬੋਲੋ। ਇਸ ਪ੍ਰਕਾਰ ਇਹ ਕੁੜੱਤਣ ਪੈਦਾ ਬੋਲਣ ਨਾਲ ਪੈਦਾ ਹੋ ਜਾਂਦੀ ਹੈ। ਤਉ ਕੁੜੱਤਣ ਕੂਕਸ ਮਾਏ ਭਾਈ। ਕੁੜੱਤਣ ਤੇਰੀ ਦੂਰ ਹੋ ਜਾਊਗੀ ਮਿੱਠਾ ਬੋਲਣ ਨਾਲ।
ਨਾਨਕ ਗੁਰਮੁਖ ਭਾਵੈ ਸੋਏ, ਜਿਸ ਨੂੰ ਪ੍ਰਾਪਤ ਲਿਖਿਆ ਹੋਏ। ਨਾਨਕ ਧੰਨ ਗੁਰੂ ਨਾਨਕ ਪਾਤਸ਼ਾਹ, ਗੁਰੂ ਨੂੰ ਮੁੱਖ ਜਿਨ੍ਹਾਂ ਨੇ ਗੁਰੂ ਵੱਲ ਕੀਤਾ ਹੋਇਆ ਉਹ ਪਾਉਂਦੇ ਨੇ, ਪ੍ਰਾਪਤੀ ਕਰਦੇ ਨੇ। ਪਰ ਜਿਸ ਨੂੰ ਲਿਖਿਆ ਧੁਰੋਂ ਕਰਮਾਂ ਦਾ ਭੋਗ ਮੱਥੇ 'ਤੇ ਪ੍ਰਾਪਤ ਹੋਵੇ ਉਹਨੂੰ ਪ੍ਰਾਪਤੀ ਹੁੰਦੀ ਹੈ। ਜੇ ਲੇਖ ਹੀ ਚੰਗੇ ਨਹੀਂ ਲਿਖੇ, ਜੇ ਬੀਜ ਹੀ ਚੰਗਾ ਨਹੀਂ ਬੀਜਿਆ ਤਾਂ ਕਿਵੇਂ ਪ੍ਰਾਪਤੀ ਹੋ ਜਾਊ। ਯਤਨ ਕਰੋ। ਪੌੜੀ ਉਚਾਰ ਕੇ ਮਹਾਰਾਜ ਸਾਹਿਬ ਸਿੱਖਿਆ ਦਿੰਦੇ ਨੇ, ਭੋਗ ਪਾਉਂਦੇ ਸ਼ਬਦ ਦਾ। ਜਿਨ ਕੇ ਹਿਰਦੇ ਮੈਲ ਕਪਟ ਹੈ, ਬਾਹਰ ਤੋਂ ਆਇਆ ਅੰਦਰ ਕਪਟ ਵਿਕਾਰ, ਵਿਸ਼ੇ ਵਿਕਾਰ, ਮਨ ਦੇ ਫੁਰਨੇ, ਮਨ ਦੇ ਸੁਪਨੇ, ਤੇ ਬਾਹਰੋਂ ਧੋਤਾ ਮਾਂਜੀ ਬੜੇ ਪਖੰਡ ਕਰਦਾ ਹੈ। ਜਿਨ ਕੇ ਇਸ ਪ੍ਰਕਾਰ ਗਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਦਾ ਮਾਲੀਆਂ, ਲੋਟੇ ਹੱਥ ਨਿਬੱਗ। ਉਹ ਹਰ ਕੇ ਸੰਤਨ ਆਖੀਏ ਬਨਾਰਥ ਕੇ ਠੱਗ। ਧੋਤੀਆਂ ਵੇਖ ਕੇ, ਮਾਲਾ ਵੇਖ ਕੇ, ਵਧੀਆ ਲੋਟੇ ਹੱਥਾਂ 'ਚ ਵੇਖ ਕੇ ਤੂੰ ਭੁੱਲ ਜਾਵੇਂਗਾ ਮਾਥੇ ਤਿਲਕਾਂ ਦਾ ਮਾਲਾ ਪਾਉਣਾ, ਬੜਾ ਵੱਡਾ ਸੰਤ ਹੋਣਾ ਹੈ। ਇਹ ਭੇਖ ਨਾਲ, ਬਾਣੀ ਨਾਲ ਸੰਤ ਨਹੀਂ, ਬਾਹਰ ਧੋਤਾ ਮਾਂਜੀ ਨਾਲ ਸੰਤ ਨਹੀਂ। ਅੰਦਰ ਦੀ ਮੈਲ ਕਿਵੇਂ ਦੂਰ ਹੋਵੇਗੀ? ਉਹ ਸੇਵਾ ਨਾਲ ਹੋਣੀ ਹੈ, ਭਾਂਡੇ ਮਾਂਜਣ ਨਾਲ ਹੋਣੀ ਹੈ, ਝਾੜੂ ਦੇਣ ਨਾਲ ਹੋਣੀ ਹੈ, ਬਾਣੀ ਸਿਮਰਨ ਨਾਲ ਮੈਲ ਅੰਦਰ ਦੀ ਦੂਰ ਹੋਣੀ ਹੈ। ਜਿਨ ਕੇ ਹਿਰਦੇ ਮੈਲ ਕਪਟ ਹੈ, ਬੜੀ ਮੈਲ ਹਿਰਦੇ ਵਿੱਚ, ਬੜਾ ਕਪਟ ਵਿਕਾਰ ਹਿਰਦੇ ਵਿੱਚ, ਬਾਹਰੋਂ ਧੋਤਾ ਮਾਂਜੀ। ਸਾਵਧਾਨ ਹੋ ਜਾਓ ਸਾਰੇ। ਇੰਨੀ ਸਿੱਖਿਆ ਮਿਲਦਿਆਂ, ਕਹਿੰਦਿਆਂ ਸੁਣਦਿਆਂ, ਕਹਿਣ ਸੁਣਨ ਵਾਲੇ ਕਿਸੇ ਤੇ ਵੀ ਇੱਕ ਨਾ ਲੱਗੇ। ਸਾਚਾ ਸਾਹਿਬ ਕਿਆ ਕਰ ਜੋ ਸਾਚੇ ਮੈਂ ਚੂਕ, ਅੰਧੇ ਇੱਕ ਨਾ ਲੱਗੇ ਜੋ ਭਾਂਸ ਬਜਾਈਏ ਫੂਕ। ਸਾਚਾ ਸਾਹਿਬ ਇਹ ਤੋਂ ਵੱਧ ਹੋਰ ਕੀ ਕਰੇ। ਚੂਕ ਭੁੱਲ ਤਾਂ ਸਰੋਤੇ ਵਿੱਚ ਹੈ, ਕਹਿਣ ਖਾਉਣ ਵਾਲਿਆਂ ਵਿੱਚ ਹੈ। ਕੂੜ ਕਪਟ ਕਮਾਉਂਦੇ, ਕੂੜ ਪਰਬ ਕੀ ਆਇਆ। ਕੂੜ ਝੂਠ ਕਪਟ ਵਿਕਾਰ ਕਮਾਉਂਦੇ ਨੇ ਦਿਨ ਰਾਤ। ਕੂੜ ਹੀ ਪ੍ਰਗਟ ਹੋਣਾ, ਅੰਤ ਨੂੰ ਕੂੜ ਹੀ ਜ਼ਾਹਰ ਹੋਣਾ ਹੈ। ਜੋ ਕੂੜ ਕਪਟ ਸਾਰੀ ਉਮਰ ਕੀਤਾ ਹਰ ਇੱਕ ਦੇ ਨਾਲ। ਸੱਚੀ ਪ੍ਰੀਤੀ ਬੱਚਾ ਜੋੜਦਾ ਹੈ, ਸੱਚੀ ਪ੍ਰੀਤੀ ਜਾਨਵਰ ਜੋੜਦਾ ਹੈ। ਬੰਦੇ ਦੀ ਪ੍ਰੀਤੀ ਸੱਚੀ ਨਹੀਂ। ਜਿਨ ਮਨ ਹੋਰ ਮੁਖ ਹੋਰ, ਸੇ ਕਾਂਦੇ ਕੱਚੇ ਹੈ। ਮਨੀ ਪ੍ਰੀਤ ਮੁਖੋਂ ਗੰਢ ਲਾਵਤ। ਇਹੋ ਜਿਹੇ ਬੜੇ ਦੁਨੀਆ ਦੇ ਮਨ 'ਚ ਪ੍ਰੀਤੀ ਨਹੀਂ। ਰਸਨਾ ਤੋਂ ਗੰਢ ਲਾਉਣਾ, ਜੋੜਨਾ, ਬੜੀਆਂ ਉੱਚੀਆਂ ਗੱਲਾਂ ਕਰਨੀਆਂ। ਜਿਹੋ ਜਿਹਾ ਬੀਜ ਬੀਜੇਗਾ ਉਹ ਜਿਹੇ ਲੁਣੇ ਤੈਨੂੰ ਕੱਟਣਾ ਪਊ। ਸੋ ਕੂੜ ਕਪਟ ਕਮਾਉਂਦੇ, ਕੂੜ ਹੀ ਪ੍ਰਗਟ ਹੋਣਾ ਹੈ। ਤੇ ਸੱਚ ਨੂੰ ਖਵਾਵੇਗਾ, ਸੱਚ ਪ੍ਰਗਟ ਹੋਵੇਗਾ। ਅੰਦਰ ਹੋਏ ਸੋ ਨਿਕਲੈ, ਨਹੀਂ ਛਪੇ ਛਪਾਇਆ। ਛੁਪਾ ਕੇ ਲੁਕਾ ਕੇ ਰੱਖੇਗਾ ਨਹੀਂ। ਸੋ ਜਿਸ ਪ੍ਰਕਾਰ ਸੱਚ ਕਮਾਉਂਦਾ ਹੈ, ਬੰਦਗੀ ਸਿਮਰਨ ਨਾਲ ਜੁੜਦਾ ਹੈ, ਭਾਵੇਂ ਉਹ ਗੁਹਾ ਵਿੱਚ ਵੜ ਕੇ, ਅੰਦਰ ਵੜ ਕੇ, ਪਹਾੜਾਂ 'ਚ ਵੜ ਕੇ ਕਿਉਂ ਨਾ ਯਾਦ ਕਰੇ, ਉਹ ਵੀ ਮੱਥੇ 'ਤੇ ਆ ਜਾਂਦਾ ਹੈ। ਅਤੇ ਪਾਪ ਕਾਰ ਕਰਨ ਵਾਲਾ ਵੀ ਸਾਹਮਣੇ ਆ ਜਾਂਦਾ ਹੈ। ਅੰਦਰ ਬਹਿ ਕੇ ਪਾਪ ਕਮਾਣੇ ਸੋ ਚੌਂਕੁੰਡੀ ਜਾਣੀ ਹੈ। ਪਾਪ ਕਮਾਣੇ ਪਾਪੀ ਹੋਵੇ ਜਿਹੜਾ ਪੁੰਨ ਦਾਨ ਤੇ ਧਰਮ ਆਦਿ ਨੂੰ ਕਮਾਉਂਦਾ ਹਿਰਦੇ ਵਿੱਚੋਂ, ਉਹ ਵੀ ਜਾਣਿਆ ਜਾਂਦਾ ਹੈ, ਮੱਥੇ 'ਤੇ ਲਿਖਿਆ ਜਾਂਦਾ, ਪ੍ਰਗਟ ਹੋ ਜਾਂਦਾ ਹੈ। ਅੰਦਰ ਹੋਏ ਸੋ ਨਿਕਲੈ, ਨੇ ਛਪੇ ਛਪਾ। ਜਿੰਨੇ ਮਰਜ਼ੀ ਸੈਂਕੜੇ ਪਰਦੇ ਅੰਦਰ ਕਰ ਲਓ। ਹਜ਼ੂਰ ਦੇ ਬਚਨ ਨੇ ਦੇ ਕਵਾੜਾ, ਕਵਾੜਨ ਕੋ ਪੜਦੇ ਮੈਂ ਹੈ। ਕਵਾੜ ਦਰਵਾਜ਼ੇ ਧੋਲੇ, ਪੜਦੇ ਦੇ ਲੈ। ਦੇ ਕਵਾੜ ਨੂੰ ਪੜਦੇ ਮੈਂ ਪਰਦਾਰਾ ਸੰਗ ਫਾਕੇ। ਤੇ ਚਿੱਤਰਗੁਪਤ ਜਦ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਢਾਕੇ। ਤੇ ਤੂੰ ਤੇ ਪੜਦੇ ਦੇ ਲੈ, ਦਰਵਾਜ਼ੇ ਧੋਲੇ, ਤੇ ਚਿੱਤਰਗੁਪਤ ਤੇਰੇ ਨਾਲ ਹੈ। ਤੈਨੂੰ ਨਹੀਂ ਦਿਸਦੇ, ਉਹ ਤੈਨੂੰ ਵੇਖਦੇ ਹੈ। ਉਹ ਤੇ ਲਿਖਿਆ ਸਾਹਮਣੇ ਉਹਨਾਂ ਨੇ ਕਰ ਦੇਣਾ। ਫਿਰ ਕਿੱਧਰ ਕਾਲਾ ਮੂੰਹ ਕਰਵਾਵੇਗਾ, ਕਿੱਧਰ ਜਾਵੇਗਾ। ਨਹੀਂ ਛਪਣਾ, ਨਹੀਂ ਲੁਕਣੇ ਤੇਰੇ ਪਾਪ ਵਿਕਾਰ। ਕੂੜੇ ਲਾਲਚ ਲੱਗਿਆ ਫਿਰ ਜੋਨੀ ਪਾਇਆ। ਕੂੜੇ ਝੂਠੇ ਲਾਲਚ, ਲਾਲਚ ਛੋਡੋ ਅੰਧੇ ਹੋ। ਲਾਲਚ ਦੁੱਖ ਭਾਰੀ। ਕੂੜਾ ਝੂਠਾ ਲਾਲਚ, ਸੱਚਾ ਲਾਲਚ ਹੈ ਪਰਮੇਸ਼ਰ ਦੇ ਨਾਮ ਦਾ। ਮਹਾਰਾਜ ਸਾਹਿਬ ਨੇ ਲਾਲਚ ਹਾਉ ਗੁਣ ਤਉ ਉਚਰੋ। ਤੇਰੇ ਗੁਣਾਂ ਨੂੰ ਉਚਾਰ ਤੇ ਸੁਣਨ ਦਾ ਮਨ 'ਚ ਲਾਲਚ ਹੈ, ਹੋਰ ਕੋਈ ਲਾਲਚ ਨਹੀਂ। ਦੇਸ਼ ਬਾਬਰ ਬੋਹੇ ਇਹ ਸ਼ੁਭ ਕਰਮ ਤੇ ਕਬੂ ਜਰੂ ਨਾ ਡਰੂ। ਅਰਥੋਂ ਜਪ ਜਾਇ ਲਰੂ ਨਿਤ ਕਰ ਆਪਣੀ ਜੀਤ ਕਰੋ। ਔਰ ਨਾਮ ਹੈ ਵੈਰੀ ਦਾ। ਵੈਰੀ ਦੁਸ਼ਮਣ ਜਿਹੜਾ ਕਿਸ ਤਰ੍ਹਾਂ ਨਹੀਂ ਮੰਨਦਾ, ਉਹਦੇ ਨਾਲ ਲੜਨਾ ਹੀ ਪੈਂਦਾ ਹੈ। ਮੂਰ ਗੰਢ ਪਵੇ ਮੂੰਹ ਮਾਰ, ਲੱਗ ਫਿਰ ਜੂਨੀ ਪਾਈਏ। ਜੂਨਾਂ 'ਚ ਪੈਣਾ ਪਊ। ਨਾਨਕ ਜੋ ਬੀਜੇ ਸੋ ਖਾਵਣਾ, ਕਰਤੇ ਲਿਖ ਪਾਇਆ। ਜਿਹਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ। ਖੰਡੇ ਉਨ ਕਤਾਇਂਦਾ, ਪੈਦਾ ਲੋੜੇ ਪੱਟ।
ਸੋ ਇਸ ਪ੍ਰਕਾਰ ਪਟ ਰੇਸ਼ਮ ਕਹਿੰਦੀ ਹੈ, ਤੇ ਉੱਨ ਖਰਵੀ ਕਮਰੀ ਹੁੰਦੀ ਹੈ, ਤੇ ਉੱਨ ਕਤਾ ਕੇ ਤੇ ਕਹੇ ਵੀ ਪਟ ਰੇਸ਼ਮ ਦੇ ਵਸਤਰ ਮਿਲਣ, ਇਹ ਨਹੀਂ ਮਿਲ ਸਕਦੇ। ਤੇ ਜੇ ਕਿੱਕਰਾਂ ਦੇ ਬੀਜ ਬੀਜ ਕੇ ਤੇ ਬਜੌਰ ਦੇਸ਼ ਦੀਆਂ ਮਿੱਠੀਆਂ ਦਾਖਾਂ ਅੰਗੂਰ ਚਾਹੇ ਮੈਨੂੰ ਮਿਲਣ, ਇਹ ਨਹੀਂ ਮਿਲ ਸਕਦੇ। ਕਿੱਡੀ ਸਿੱਧੀ ਸਿੱਧੀ ਗੱਲ ਮਹਾਰਾਜ ਸਾਹਿਬ ਨੇ ਬਾਣੀ ਜੀ ਲਿਖ ਦਿੱਤੀ ਹੈ, ਪ੍ਰਵਾਨ ਕਰ ਲਈ ਹੈ। ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਵੱਢਣਾ ਪੈਣਾ ਤੇ ਭੋਗਣਾ ਪੈਣਾ, ਕੀਤਾ ਪਾਉਣਾ ਪੈਣਾ, ਨਹੀਂ ਛੁਟਕਾਰਾ ਹੋਣਾ। ਸਾਰੇ ਵੀਰ ਬੁੱਧੀ ਰੂਪੀ ਪੱਲੇ ਘੁੱਟ ਕੇ ਬੰਨ੍ਹ ਲਵੋ। ਮਾੜਾ ਬੀਜ ਨਾ ਬੀਜੋ, ਮਾੜਾ ਬੋਲ ਨਾ ਬੋਲੋ, ਮਾੜਾ ਸੁਣੋ ਨਾ, ਮਾੜਾ ਕਰੋ ਨਾ, ਫਿਰ ਰੱਬ ਦੀ ਪ੍ਰਾਪਤੀ ਹੈ। ਮਨੁੱਖਾ ਜਨਮ ਇਸੇ ਵਾਸਤੇ ਮਿਲਿਆ ਹੈ, 84 ਭੋਗਣ ਵਾਸਤੇ ਨਹੀਂ ਮਿਲਿਆ। ਅਰਦਾਸ ਦਾ ਖਿਆਲ ਨਹੀਂ ਸੀ ਰਿਕਾਰਡ ਕਰਾਉਣ ਦਾ। ਮਰਜ਼ੀ ਹੈ ਇਹਨਾਂ ਵੀਰਾਂ ਦੀ, ਸਤਿਗੁਰ ਕਿਰਪਾ ਕਰਨ, ਪੜ੍ਹਿਆ ਸੁਣਿਆ ਥਾਂ ਪਾਉਣ। ਇੱਕ ਓਂਕਾਰ ਤੋਂ ਬਾਣੀ ਆਰੰਭ ਹੁੰਦੀ ਹੈ, 18 10 ਵਿੱਚ ਤੇ ਸਮਾਪਤੀ ਹੁੰਦੀ ਹੈ। ਇਹਨਾਂ ਸਾਰਿਆਂ ਵਿੱਚੋਂ ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਇੱਕ ਅੱਖਰ ਦਾ ਅਸਰ ਵੀ ਮਨ 'ਚ ਵਸ ਜਾਵੇ, ਜ਼ਿੰਦਗੀ ਬਣਾ ਲਈਏ ਤੇ ਨਿਹਾਲ ਹੋ ਜਾਈਦਾ ਹੈ, ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ। ਸੋ ਸਤਿਕਾਰਯੋਗ ਵੀਰ ਅਵਤਾਰ ਸਿੰਘ ਜੀ ਕੱਲ੍ਹ ਵੀ ਦਰਸ਼ਨ ਦਿੱਤੇ ਨੇ, ਅਤੇ ਅੱਜ ਵੀ ਜਿਨ੍ਹਾਂ ਨੇ ਤੁਹਾਡੇ ਸਥਾਨ 'ਤੇ 4 ਅਖੰਡ ਪਾਠ ਕਰਵਾਏ ਨੇ, 90 ਅੰਕ ਦੇ ਕਰੀਬ ਰਾਵਣ ਥਮਨ ਹੋ ਰਹੇ ਨੇ, ਚੱਲ ਰਹੇ ਨੇ। ਸਤਿਗੁਰ ਕਿਰਪਾ ਕਰਨ, ਕੋਈ ਲੁੱਟ ਖੋਹ ਕਰਕੇ ਨਹੀਂ, ਨੇਕ ਕਮਾਈ ਕਰਦੇ ਨੇ, ਤਗੜੇ ਹੋ ਕੇ ਕਰਦੇ। ਦਾਸ ਵੇਖ ਕੇ ਆਇਆ ਹੈ। ਸਤਿਗੁਰ ਕਿਰਪਾ ਕਰਨ, ਸਾਰਿਆਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ। ਦਰੋਂ ਕਰੋ ਸਿੱਖੀ ਸਦਕ ਭਰੋਸਾ, ਨਾਮ ਦੀ ਦਾਤ ਪ੍ਰਾਪਤ ਹੋਵੇ। ਅੱਜ ਦੇ ਇਸ ਸ਼ਬਦ ਦੀ ਭੋਗ ਪਾਈਏ, ਪੰਕਤੀਆਂ ਪੜ੍ਹ ਕੇ ਤੇ ਫਤਿਹ ਗਜਾਈਏ। ਅੰਦਰ ਹੋਏ ਸੋ ਨਿਕਲੈ, ਨਹ ਛਪੇ ਛਪਾਇਆ, ਕੂੜੇ ਲਾਲਚ ਲੱਗਿਆਂ, ਫਿਰ ਜੋਨੀ ਪਾਇਆ। ਨਾਨਕ ਜੋ ਬੀਜੇ ਸੋ ਖਾਵਣਾ, ਕਰਤੈ ਲਿਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸਤਨਾਮ ਵਾਹਿ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੀ ਸੇਵਾ ਕਰਦੇ ਜਾਓ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਗੁਰਪੁਰਬ ਦੀ ਖੁਸ਼ੀ ਵਿੱਚ